ਰਵਿਦਾਸ। ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੂੰ। ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੇ ਨੇ ਹੋ। ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੇ ਨੇ ਹੂੰ। ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੋ ਮੇਹੋ। ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹੋ। ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹੋ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਆਪਾਂ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਸਜ ਕੇ ਬੈਠੇ ਹਾਂ। ਗੁਰ ਸ਼ਬਦ ਦੀ ਵਿਚਾਰ ਦੀ ਸਾਂਝ ਪਾਈਏ। ਉਸ ਤੋਂ ਪ੍ਰਥਮ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਭਗਤ ਕਬੀਰ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਸੋਰਠ ਰਾਗ ਦੇ ਵਿੱਚ 655 ਅੰਗ ਤੋਂ ਆਰੰਭ ਹੋ ਕੇ 656 ਅੰਗ ਤੇ ਸਮਾਪਤ ਹੋ ਜਾਂਦਾ ਹੈ। ਭਗਤ ਜੀ ਨੇ ਇਸ ਸ਼ਬਦ ਦੇ ਅੰਦਰ ਉਹ ਲੋਕ ਜੋ ਪ੍ਰੇਮ ਤੋਂ ਸਖਣੇ ਹੋ ਕੇ ਵੇਦਾਂ ਨੂੰ, ਸਿਮਰਤੀਆਂ ਨੂੰ, ਕੁਰਾਨ ਨੂੰ, ਕਤੇਬ ਨੂੰ ਪੜ੍ਹਦੇ ਨੇ, ਪੜ੍ਹਦੇ ਹੈਗੇ ਨੇ, ਪਰ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਸ਼ਬਦਾਂ ਲਈ ਕੋਈ ਮੁਹੱਬਤ ਨਹੀਂ ਹੁੰਦੀ, ਕੋਈ ਪਿਆਰ ਨਹੀਂ ਹੁੰਦਾ। ਤੇ ਉਹਨਾਂ ਦੇ ਪੜ੍ਹਨ ਦੇ ਨਾਲ ਫਿਰ ਉਹਨਾਂ ਨੂੰ ਸਹਿਜ ਨਹੀਂ ਮਿਲਦਾ, ਸਹਿਜ ਦੀ ਵੀ ਪ੍ਰਾਪਤੀ ਨਹੀਂ ਹੁੰਦੀ।
ਇਹਦਾ ਜ਼ਿਕਰ ਕੀਤਾ ਹੈ ਭਗਤ ਕਬੀਰ ਜੀ ਨੇ। ਕਹਿੰਦੇ ਨੇ ਫਿਰ ਵੇਦਾਂ ਨੂੰ ਪੜ੍ਹਨ ਦੇ ਨਾਲ ਜਾਂ ਕੁਝ ਸੁਣਨ ਦੇ ਨਾਲ ਫਰਕ ਨਹੀਂ ਪੈਂਦਾ ਬੰਦੇ ਦੇ ਉੱਪਰ। ਉਹ ਪੱਥਰ ਜਦੋਂ ਬਣਦਾ ਹੈ, ਪੱਥਰ ਉੱਪਰ ਪਾਣੀ ਪਾਈਏ ਉਹਦੇ ਕੋਈ ਅਸਰ ਨਹੀਂ ਹੁੰਦਾ। ਜੇ ਸ਼ਬਦ ਦੇ ਨਾਲ ਮੁਹੱਬਤ ਨਾ ਹੋਵੇ, ਗੁਰਬਾਣੀ ਦੇ ਨਾਲ ਪਿਆਰ ਨਾ ਹੋਵੇ, ਉਹਨੂੰ ਪੜ੍ਹੀਏ ਤੇ ਸੁਣੀਏ, ਫਿਰ ਤਾਂ ਵੀ ਬੰਦੇ ਅੰਦਰ ਬਦਲਾਵ ਨਹੀਂ ਦਿਖਣ ਨੂੰ ਮਿਲੇਗਾ। ਸ਼ੁਰੂਆਤ ਕਰਦੇ ਨੇ ਭਗਤ ਜੀ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਵੇਦਾਂ ਨੂੰ ਪੜ੍ਹਨ ਨਾਲ ਕੀ ਹੋਵੇਗਾ? ਉਹਨਾਂ ਨੂੰ ਉੱਪਰੋਂ ਪੜ੍ਹਨ ਦੇ ਨਾਲ ਕੀ ਹੋਵੇਗਾ? ਜੇਕਰ ਉਹਨਾਂ ਨੂੰ ਪੜ੍ਹਨ ਸਮੇਂ ਤੁਹਾਡਾ ਉਹਨਾਂ ਦੇ ਵਿੱਚ ਪਿਆਰ ਨਹੀਂ ਹੈਗਾ, ਵੇਦਾਂ ਨੂੰ ਸੁਣਨ ਦੇ ਨਾਲ, ਪੁਰਾਣਾਂ ਨੂੰ ਸੁਣਨ ਦੇ ਨਾਲ ਕੀ ਹੋਵੇਗਾ? ਜੇਕਰ ਤੁਹਾਡੇ ਅੰਦਰ ਉਹਨਾਂ ਪ੍ਰਤੀ ਅਦਬ ਸਤਿਕਾਰ ਹੀ ਨਹੀਂ ਹੈਗਾ। ਪੜ੍ਹਨ ਨੂੰ ਤਾਂ ਬਹੁਤ ਸਾਰੀ ਦੁਨੀਆ ਪੜ੍ਹਦੀ ਹੈ, ਰਾਮ ਰਾਮ ਵੀ ਸਾਰੀ ਦੁਨੀਆ ਕਹਿੰਦੀ ਆ, ਪਰ ਰਾਮ ਨਾ ਪਾਇਆ ਜਾਏ। ਪਰ ਕੀ ਉਹ ਰਾਮ ਨੂੰ ਪ੍ਰਾਪਤ ਕਰ ਲੈਂਦੇ ਨੇ? ਨਹੀਂ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਤਾਂ ਇੱਥੇ ਅਸਲ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਸੁਣਨ ਦੇ ਨਾਲ ਕੀ ਹੋ ਜਾਊਗਾ? ਜੇ ਤੁਹਾਡਾ ਧਿਆਨ, ਜੇ ਤੁਹਾਡੀ ਇਕਾਗਰਤਾ, ਜੇ ਤੁਹਾਡਾ ਪ੍ਰੇਮ ਉਸ ਮੁਕੱਦਸ ਕਿਤਾਬ ਦੇ ਨਾਲ ਹੈ ਹੀ ਨਹੀਂ ਜਿਹਨੂੰ ਤੁਸੀਂ ਪੜ੍ਹ ਰਹੇ ਹੋ ਜਾਂ ਸੁਣ ਰਹੇ ਹੋ। ਅਸਲ ਦੇ ਵਿੱਚ ਇਹ ਕਹਿ ਰਹੇ ਨੇ ਕਬੀਰ ਜੀ ਕਿ ਬਹੁਤ ਲੋਕ ਹਨ, ਉਹ ਵੇਦਾਂ ਨੂੰ ਪੜ੍ਹਦੇ ਨੇ, ਪੁਰਾਣ ਉਹਨਾਂ ਨੂੰ ਪੜ੍ਹਦੇ ਨੇ, ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਪੜ੍ਹਦੇ ਨੇ, ਪਰ ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ, ਫਰਕ ਨਹੀਂ ਪੈਂਦਾ ਉਹਨਾਂ ਨੂੰ। ਉਹਨਾਂ ਲਈ ਇਹ ਸ਼ਬਦ ਹੈ। ਪਰ ਜਿਹੜੇ ਬਹੁਤ ਪਿਆਰ ਨਾਲ ਪੜ੍ਹਦੇ ਆ, ਗੁਰਬਾਣੀ ਨੂੰ ਧਿਆਨ ਦੇ ਨਾਲ ਸੁਣਦੇ ਆ, ਉਹਨਾਂ ਲਈ ਇਵੇਂ ਆ ਕਿ ਗੁਰਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੇ ਮਾਣ। ਉਹਨਾਂ ਨੂੰ ਮਾਣ ਮਿਲਦਾ ਜਿਹੜੇ ਸੁਣਦੇ ਆ। ਸੁਣਿਐ 8 60 ਕਾ ਇਸ਼ਨਾਨ, ਸੁਣਿਐ ਪੜ੍ਹ ਪੜ੍ਹ ਪਾਵੇ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਉਹਨਾਂ ਨੂੰ ਸਹਿਜ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਜਿਹੜੇ ਉੱਪਰੋਂ ਪੜ੍ਹਦੇ ਨੇ ਵੇਦਾਂ ਨੂੰ, ਚਾਹੇ ਪੁਰਾਣ ਆ, ਚਾਹੇ ਮੁਕੱਦਸ ਕਿਤਾਬ ਹੈ, ਕੁਰਾਨ ਸ਼ਰੀਫ ਆ, ਚਾਹੇ ਬਾਈਬਲ ਆ, ਕੋਈ ਵੀ ਦੁਨੀਆ ਦਾ ਧਾਰਮਿਕ ਹੌਲੀ ਬੁੱਕ ਹੋ ਸਕਦੀ ਆ, ਉਹਨੂੰ ਜਦੋਂ ਤੁਸੀਂ ਪੜ੍ਹਦੇ ਹੋ ਪਰ ਤੁਹਾਡਾ ਜੇ ਉਹ 'ਚ ਪਿਆਰ ਹੀ ਨਹੀਂ ਹੈਗਾ ਤਾਂ ਉਹ ਤੁਹਾਨੂੰ ਬਦਲ ਨਹੀਂ ਸਕੇਗੀ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਇੱਥੇ ਬਹੁਤ ਲੋਕ ਨੇ ਜਿਹੜੇ ਗੁਰਬਾਣੀ ਨੂੰ ਰੋਜ਼ ਪੜ੍ਹਦੇ ਨੇ, ਕਈ ਬਾਰ-ਬਾਰ ਉਹਨੂੰ ਪੜ੍ਹਦੇ ਨੇ, ਬਾਰ-ਬਾਰ ਰੋਜ਼ ਪੜ੍ਹਦੇ ਨੇ, ਪਰ ਉਹਨਾਂ ਤੋਂ ਬਦਲਾਵ ਨਹੀਂ ਕੋਈ ਆਉਂਦਾ, ਸਹਿਜ ਨਹੀਂ ਉਹਨਾਂ 'ਚ ਹੁੰਦਾ। ਜੋ ਸਹਿਜ ਨਾ ਮਿਲਿਓ ਸੋਈ। ਇਸ ਕਰਕੇ ਕਿਉਂ ਨਹੀਂ ਆ ਪਾਉਂਦਾ? ਕਿ ਇਹਦੇ ਵਿੱਚ ਗੁਰਬਾਣੀ ਦੀ ਕੋਈ ਗਲਤੀ ਹੈ? ਕੋਈ ਵੀ ਮਹਾਰਾਜ ਨੇ ਆਖਿਆ, ਕਬੀਰ ਜੀ ਕਹਿੰਦੇ ਕੋਈ ਵੀ ਵੇਦ ਆ, ਕੋਈ ਵੀ ਪੁਸਤਕ ਆ, ਚਾਹੇ ਗੀਤਾ ਹੈ, ਭਾਗਵਤ, ਚਾਹੇ ਉਹ ਕੁਰਾਨ ਆ, ਚਾਹੇ ਮੁਕੱਦਸ ਕਿਤਾਬ ਆ, ਬਾਈਬਲ ਆ, ਕੁਝ ਵੀ ਆ, ਚਾਹੇ ਬਾਣੀ ਆ, ਜੇ ਤੁਸੀਂ ਉਹਨੂੰ ਪੜ੍ਹ ਰਹੇ ਹੋ ਪਰ ਤੁਹਾਨੂੰ ਫਰਕ ਨਹੀਂ ਪੈ ਰਿਹਾ, ਤਾਂ ਇਹਦਾ ਅਰਥ ਇਹ ਆ ਕਿ ਕਸੂਰ ਉਹ ਧਾਰਮਿਕ ਕਿਤਾਬ ਦਾ ਨਹੀਂ ਹੈ, ਉਹ ਪੁਸਤਕ ਦਾ ਨਹੀਂ ਆ, ਕਸੂਰ ਤੁਹਾਡਾ ਵਾ, ਪੜ੍ਹਨ ਵਾਲੇ ਦਾ ਕਸੂਰ ਆ। ਉਹਨੇ ਉਹਨੂੰ ਉਵੇਂ ਨਹੀਂ ਪੜ੍ਹਿਆ ਜਿਵੇਂ ਉਹਨੂੰ ਪੜ੍ਹਨਾ ਚਾਹੀਦਾ ਸੀ, ਉਹਨੇ ਉਵੇਂ ਗੁਰੂ ਨੂੰ ਨਹੀਂ ਸੁਣਿਆ ਜਿਵੇਂ ਉਹਨੂੰ ਸੁਣਨਾ ਚਾਹੀਦਾ ਸੀ। ਤਾਂ ਕਰਕੇ ਪੜ੍ਹੇ ਸੁਣੇ ਕਿਆ ਹੋਈ, ਸਹਿਜ ਨਾ ਮਿਲਿਓ ਸੋਈ। ਇਨਸਾਨ ਦੇ ਅੰਦਰ ਸਹਿਜ ਨਹੀਂ ਹੈਗਾ। ਅਜੋਕਾ ਇਨਸਾਨ ਬਹੁਤ ਦੁਖੀ ਆ, ਥੋੜ੍ਹਾ ਦੁਖੀ ਨਹੀਂ ਮੈਂ ਕਹਾਂਗਾ, ਬਹੁਤ ਜ਼ਿਆਦਾ ਦੁਖੀ ਆ। ਪਤਾ ਕਿਉਂ? ਕਰਦਾ ਕੁਝ ਆ, ਸੋਚਦਾ ਕੁਝ ਆ,
ਦੱਸਦਾ ਕੋਜਾ, ਹੈਗਾ ਕੋਜਾ, ਦਿਖਾਉਂਦਾ ਕੋਜਾ। ਅੱਜ ਕੱਲ੍ਹ ਦਾ ਜਿਹੜਾ ਇਨਸਾਨ ਹੈ ਉਹ ਬਹੁਤ ਜ਼ਿਆਦਾ ਦੁਖੀ ਆ। ਉਹਦਾ ਮੂਲ ਕਾਰਨ ਕੀ ਆ? ਕਰਦਾ ਕੋਜਾ, ਸੋਚਦਾ ਕੋਜਾ, ਪੁੱਛੋ ਤੇ ਦੱਸਦਾ ਕੋਜਾ। ਇਹਨੂੰ ਕਿਵੇਂ ਆਪਾਂ ਹੋਰ ਖੋਲ੍ਹ ਸਕਦੇ ਹਾਂ ਗੱਲ ਨੂੰ? ਮੰਨ ਲਓ ਆਪਾਂ ਗੁਰਬਾਣੀ ਪੜ੍ਹ ਰਹੇ ਹੁੰਦੇ ਹਾਂ, ਦੇਖਣ ਵਾਲੇ ਨੂੰ ਲੱਗਦਾ ਕਿ ਬਾਣੀ ਪੜ੍ਹ ਰਿਹਾ ਹੈ, ਪਰ ਅਸਲ ਦੇ ਵਿੱਚ ਸਾਡਾ ਧਿਆਨ, ਸਾਡਾ ਖਿਆਲ ਕਿਤੇ ਹੋਰ ਹੀ ਹੁੰਦੇ ਨੇ। ਕਿੱਥੇ ਹੁੰਦੇ ਨੇ? ਗੁਰਬਾਣੀ ਕਹਿੰਦੀ ਬੀਤੇ ਸਮੇਂ ਦੀਆਂ ਯਾਦਾਂ 'ਚ ਹੁੰਦੇ ਨੇ। ਕੁਝ ਮਿਲਿਆ ਸੀ, ਵਿਛੜ ਗਿਆ, ਕੁਝ ਮਿਲਿਆ ਸੀ ਤੇ ਵਿਛੜ ਗਿਆ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ। ਹੋਰ ਕਿੱਥੇ ਹੁੰਦਾ ਮਨ ਸਾਡਾ? ਆਉਣ ਵਾਲੇ ਸਮੇਂ ਦੀ ਚਿੰਤਾ ਦੇ ਵਿੱਚ ਹੁੰਦਾ। ਮੇਰੇ ਨਾਲ ਕਿਤੇ ਇਉਂ ਹੋ ਨਾ ਜਾਵੇ, ਇਵੇਂ ਨਹੀਂ ਹੋਣਾ ਚਾਹੀਦਾ, ਮੇਰੇ ਨਾਲ ਇਉਂ ਹੋਣਾ ਚਾਹੀਦਾ, ਕਿਤੇ ਇਉਂ ਨਾ ਹੋਵੇ, ਹੋਵੇ ਹੀ ਨਾ। ਇੱਥੇ ਸਾਡਾ ਟੁਕੜੇ ਟੁਕੜੇ ਹੋ ਕੇ ਮਨ ਜਿਹੜਾ ਪਿਆ ਹੁੰਦਾ। ਫਿਰ ਸਹਿਜ ਨਾ ਮਿਲਿਓ ਸੋਈ, ਤਾਂ ਹੀ ਸਹਿਜ ਨਹੀਂ ਨਾ ਮਿਲਦਾ। ਇਸ ਕਰਕੇ ਇੱਕ ਅੰਦਾਜ਼ ਹੁੰਦਾ ਬਾਣੀ ਨੂੰ ਪੜ੍ਹਨ ਦਾ, ਗੁਰੂ ਨੂੰ ਸੁਣਨ ਦਾ। ਮਹਾਤਮਾ ਬੁੱਧ ਜੀ ਕਿਹਾ ਕਰਦੇ ਸਨ, ਉਹਨਾਂ ਦਾ ਇੱਕ ਬਚਨ ਆ ਬੜਾ ਸੁੰਦਰ ਆ। ਕਹਿੰਦੇ ਆਪਦੇ ਇਸ਼ਟ ਕੋਲੇ ਆ ਕੇ ਬਹਿਣਾ। ਉਹਦੇ ਅਰਥ ਪਤਾ ਕੀ ਹੁੰਦੇ ਆ? ਇਸ਼ਟ ਕਹਿੰਦੇ ਨੇ ਜਿਹਨੂੰ ਤੁਸੀਂ ਗੁਰੂ ਮੰਨਦੇ ਹੋ। ਆਪਦੇ ਇਸ਼ਟ ਕੋਲੇ ਆ ਕੇ ਬਹਿਣਾ, ਉਹਦਾ ਅਸਲ ਅਰਥ ਇਹੀ ਹੁੰਦਾ ਤੁਸੀਂ ਉਹਦੇ ਜੈਸੇ ਦਿਖਣ ਲੱਗ ਜਾਓ, ਉਹਦੇ ਜੈਸੇ ਹੋਣ ਲੱਗ ਜਾਓ। ਤੁਹਾਡੇ ਸੁਭਾਅ ਤੇ ਉਹਦੇ ਸੁਭਾਅ 'ਚ ਕੋਈ ਫਰਕ ਨਾ ਰਹੇ ਫਿਰ। ਪਰ ਇਨਸਾਨ ਨੂੰ ਹਜੇ ਇੰਨਾ ਦੁਖੀ ਆ ਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਕੀ ਕਰਾਂ। ਜਦ ਨੂੰ ਕਹਿੰਦੇ ਹੁੰਦੇ ਆ, ਨਾ ਦੇਖਨੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਨੇ ਲਗਾ ਤਬ ਰੋਸ਼ਨੀ ਦੇਖੀ। ਜਦ ਨੂੰ ਕਹਿੰਦੇ ਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦ ਨੂੰ ਬੰਦੇ ਨੂੰ ਪਤਾ ਲੱਗਦਾ ਨਾ ਜ਼ਿੰਦਗੀ ਦੇ ਅਰਥ ਕੀ ਨੇ, ਉਦੋਂ ਫਿਰ ਬੁਲਾਵਾ ਆ ਜਾਂਦਾ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਜਦ ਨੂੰ ਬੁਲਾਵਾ ਜਿਹਾ ਆ ਜਾਂਦਾ ਹੈ, ਜਦ ਨੂੰ ਸਮਝ ਜੀ ਆਉਣ ਲੱਗਦੀ ਆ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਜਦ ਨੂੰ ਚਿੱਠੀ ਆ ਜਾਂਦੀ ਆ ਉੱਥੋਂ ਦਰਗਾਹ ਤੋਂ ਵੀ ਆ ਜਾ। ਧਰਮ ਰਾਏ ਨੇ ਜਦੋਂ ਜਮਦੂਤ ਘੱਲੇ, ਤੁਰਦੀ ਚਿੱਠੀ ਫੜਾਉਣਗੇ ਆਣ ਬੰਦੇ। ਖਾਲੀ ਪਿੰਜਰਾ ਖੜਕਦਾ ਰਹਿ ਜਾਣਾ, ਲਾ ਜਾਊਗਾ ਭੌਰ ਉਡਾਣ ਬੰਦੇ। ਤੇਰੀ ਸਾਂਝ ਪਰਿਵਾਰ ਨਾਲੋਂ ਮੁੱਕ ਜਾਣੀ, ਵਿੱਚ ਰਹੇ ਨਾ ਜਦੋਂ ਪ੍ਰਾਣ ਬੰਦੇ। ਸਾਰੇ ਤੱਕਣਗੇ ਤੈਨੂੰ, ਤੂੰ ਤੱਕਣਾ ਨਹੀਂ ਪਿਆ, ਹੋਏਗਾ ਲੰਮੀਆਂ ਤਾਣ ਬੰਦੇ। ਤੇਰੀ ਅਰਥੀ ਨੂੰ ਆਪਣੇ ਲਾ ਮੋਢੇ, ਤੈਨੂੰ ਵੱਲ ਸ਼ਮਸ਼ਾਨ ਲੈ ਜਾਣ ਬੰਦੇ। ਤੇਰੇ ਨਾਲ ਸੀ ਜਿਨ੍ਹਾਂ ਦਾ ਰੋਸ ਭਾਵੇਂ, ਅੱਜ ਅਥਰੂ ਕੇਰਦੇ ਜਾਣ ਬੰਦੇ। ਨੀ ਰਬਾਬੀਆ ਪਰਤ ਕੇ ਫੇਰ ਆਉਣਾ, ਛੱਡ ਜਾਏਗਾ ਜੱਗ ਜਹਾਨ ਬੰਦੇ। ਨਾ ਦੇਖਨੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਨੇ ਲਗਾ ਤਬ ਰੌਸ਼ਨੀ ਦੇਖੀ। ਘਰ ਦੇ ਵਿੱਚ ਦੀਵਾ ਸੀ, ਚਾਨਣ ਕਰਦਾ ਸੀ ਮੈਂ, ਉਹਦੇ ਸਹਾਰੇ ਪੜ੍ਹਦਾ ਸੀ, ਲਿਖਦਾ ਸੀ ਕੁਝ। ਕਵੀ ਕਹਿੰਦੇ ਪਹਿਲਾਂ ਤਾਂ ਕਦਰ ਨਹੀਂ ਪਈ ਉਹਦੀ, ਜਦੋਂ ਬੁਝਣ ਲੱਗਾ ਨਾ ਉਦੋਂ ਸੋਚਿਆ ਹਾਏ ਦੀਵਾ ਕਿੰਨੇ ਕੰਮ ਦਾ ਸੀ। ਪਹਿਲਾਂ ਸਾਹ ਸੀ, ਪਹਿਲਾਂ ਨਹੀਂ ਕਦਰ ਜਾਣੀ, ਜਦੋਂ ਬੁਝਣ ਜਿਹਾ ਲੱਗਾ ਨਾ, ਆਖਰੀ ਰਹਿ ਗਏ ਥੋੜ੍ਹੇ ਜਿਹੇ ਸਾਹ, ਫਿਰ ਉਹਦੀ ਮੈਂ ਕਦਰ ਜਾਣੀ ਆ। ਗੁਰੂ ਸਾਹਿਬ ਜੀ, ਭਗਤ ਜੀ ਸਾਨੂੰ ਹਮੇਸ਼ਾ ਹੀ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦਾ ਯਤਨ ਕਰਦੇ ਨੇ, ਆਪਦੇ ਸ਼ਬਦਾਂ ਰਾਹੀਂ, ਆਪਦੇ ਗਿਆਨ ਰਾਹੀਂ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਬਹੁਤ ਲੋਕ ਨੇ ਰਿਗ ਵੇਦ ਪੜ੍ਹਦੇ ਨੇ, ਸਾਮ ਵੇਦ ਪੜ੍ਹਦੇ ਨੇ, ਜਜਰ ਵੇਦ ਪੜ੍ਹਦੇ ਨੇ, ਅਥਰ ਵੇਦ ਪੜ੍ਹਦੇ ਨੇ, ਪੁਰਾਣਾ ਨੂੰ ਪੜ੍ਹਦੇ ਨੇ, ਸਿਮਰਤੀਆਂ ਨੂੰ ਪੜ੍ਹਦੇ ਨੇ। ਪਰ ਕੀ ਹੁੰਦਾ? ਪੜ੍ਹੇ ਸੁਣੇ ਕਿਆ ਹੋਈ, ਕੀ ਫਰਕ ਪੈ ਗਿਆ ਹੈ ਉਹਨਾਂ ਨੂੰ? ਨਹੀਂ। ਜੋ ਸਹਿਜ ਨਾ ਮਿਲਿਓ ਸੋਈ। ਨਹੀਂ ਮਿਲਿਆ। ਕੀ ਨਹੀਂ ਮਿਲਿਆ? ਜੋ ਮਿਲਣਾ ਚਾਹੀਦਾ ਸੀ ਸਹਿਜ, ਉਹ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਉਹਨਾਂ ਦਾ ਪੜ੍ਹਨ ਸਮੇਂ ਵਿੱਚ ਧਿਆਨ ਨਹੀਂ ਸੀ।
ਉਹਨਾਂ ਦਾ ਸੁਣਨ ਸਮੇਂ ਪੂਰੀ ਇਕਾਗਰਤਾ ਨਹੀਂ ਸੀ, ਉਹਨਾਂ ਦਾ ਪ੍ਰੇਮ ਨਹੀਂ ਸੀ। ਇਸ ਕਰਕੇ ਉਹ ਅਮਲ ਨਹੀਂ ਕਮਾ ਪਾਏ। ਹਰ ਕਾ ਨਾਮ ਨ ਜਪਸ ਗਵਾਰਾ। ਹੇ ਮੂਰਖ ਗਵਾਰ ਬੰਦੇ, ਤੂੰ ਹਰੀ ਦੇ ਨਾਮ ਤੇ ਭਰੋਸਾ ਕਿਉਂ ਨਹੀਂ ਕਰਦਾ? ਕਿਉਂ ਨਹੀਂ ਉਹਨੂੰ ਜਪਦਾ? ਕਿਆ ਸੋਚੇ ਬਾਰੰਬਾਰਾ, ਬਾਰ-ਬਾਰ ਕੁਝ ਹੋਰ ਸੋਚਦਾ ਹੈ, ਉਹ ਨਹੀਂ ਜਪ ਪਾਉਂਦਾ। ਜਪਣ ਲੱਗਦਾ ਹੋਰ ਯਾਦਾਂ ਆਉਂਦੀਆਂ ਨੇ, ਜਪਣ ਲੱਗਦਾ ਹੋਰ ਯਾਦਾਂ ਸਤਾਉਂਦੀਆਂ ਨੇ, ਚਿੰਤਾ ਸਤਾਉਂਦੀ ਆ। ਹਰ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ। ਬਾਰ-ਬਾਰ ਇੱਕੋ ਗੱਲਾਂ ਹੀ ਸੋਚੀ ਜਾਨਾ, ਇੱਕੋ ਗੱਲਾਂ ਹੀ ਯਾਦ ਕਰੀ ਜਾਨਾ। ਕਿਉਂ ਨਹੀਂ ਤੂੰ ਉਹਨੂੰ ਯਾਦ ਕਰਦਾ, ਚੇਤੇ ਕਰਦਾ, ਸਿਮਰਨ ਕਰਦਾ? ਰਹਾਓ ਠਹਿਰਾਓ ਦੇ ਕੇ ਆਖ ਰਹੇ ਨੇ ਭਗਤ ਜੀ। ਅੰਧਿਆਰੇ ਦੀਪਕ ਚਾਹੀਏ। ਕਹਿੰਦੇ ਹਨੇਰੇ ਵਿੱਚ ਜੇ ਪੜ੍ਹਨਾ ਹੋਵੇ, ਕੁਝ ਲਿਖਣਾ ਹੋਵੇ ਤਾਂ ਦੀਵੇ ਦੀ ਲੋੜ ਪੈਂਦੀ ਹੈ, ਚਾਨਣ ਦੀ ਲੋੜ ਪੈਂਦੀ ਆ। ਇੱਕ ਬਸਤ ਅਗੋਚਰ ਲਈ ਹੈ। ਇਵੇਂ ਹੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਇੱਕ ਬਸਤ ਆ ਜਿਹੜੀ ਅਗੋਚਰ ਆ, ਗੁਰਬਾਣੀ, ਉਹਦੀ ਲੋੜ ਪੈਂਦੀ ਆ। ਜਿਵੇਂ ਹਨੇਰੇ ਵਿੱਚ ਦੀਵੇ ਦੀ ਲੋੜ ਪੈਂਦੀ ਆ। ਬਸਤ ਅਗੋਚਰ ਪਾਈ, ਉਹ ਮੈਂ ਬਸਤ ਹੁਣ ਪਾਲੀ ਆ। ਘਟ ਦੀਪਕ ਰਿਹਾ ਸਮਾਈ। ਉਹ ਘਟਾਂ ਦੇ ਵਿੱਚ ਰਮਿਆ ਹੋਇਆ ਪ੍ਰਕਾਸ਼ ਮੈਨੂੰ ਦਿਖ ਰਿਹਾ ਹੈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਕਬੀਰ ਸਾਹਿਬ ਜੀ ਕਹਿੰਦੇ ਹੁਣ ਮੈਂ ਜਾਣ ਗਿਆ ਹਾਂ ਕਿ ਵਾਕਈ ਹੀ ਇਹ ਜਿਹੜਾ ਰਾਮ ਰਸ ਆ, ਇਹ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਆ। ਜਬ ਜਾਣਿਆ ਤੋ ਮਨ ਮਾਨਿਆ। ਇਹ ਰਸ ਨੂੰ ਜਦੋਂ ਤੋਂ ਮੈਂ ਜਾਣਿਆ, ਉਦੋਂ ਤੋਂ ਮੇਰਾ ਮਨ ਇਹਦੇ ਵਿੱਚ ਪਤੀਜ ਗਿਆ ਹੈ। ਜਦੋਂ ਮੈਂ ਮਾਣਿਆ, ਇਹਨੂੰ ਜਾਣਿਆ, ਫਿਰ ਮਨ ਮੰਨ ਗਿਆ ਹੈ। ਮਨ ਮਾਨੇ ਲੋਗ ਨਾ ਪਤੀਜੈ। ਕਈ ਲੋਕ ਨੇ ਉਹ ਤੀਰਥਾਂ ਤੇ ਜਾਂਦੇ ਨੇ, ਕਰਮ ਕਾਂਡ ਕਰਦੇ ਨੇ, ਪਰ ਉਹਨਾਂ ਦਾ ਮਨ ਨਹੀਂ ਮੰਨਦਾ ਹੈ। ਉਹਨਾਂ ਦਾ ਮਨ ਹਰੀ ਦੇ ਨਾਮ ਨੂੰ ਨਹੀਂ, ਭਰੋਸਾ ਜਿਹਾ ਨਹੀਂ ਆਉਂਦਾ ਉਹਨਾਂ ਨੂੰ। ਆਉਂਦੇ ਵੀ ਆ, ਭਰੋਸਾ ਅੱਧਾ ਕੁ ਹੁੰਦਾ, ਅੱਧਾ ਕੁ ਨਹੀਂ। ਤਾਂ ਕਬੀਰ ਸਾਹਿਬ ਦੀ ਕਹਿੰਦੇ ਨੇ ਕਿ ਨਾ ਭਤੀਜੈ ਤੋ ਕਿਆ ਕੀਜੈ। ਜੇ ਉਹ ਨਹੀਂ ਭਤੀਜ ਰਹੇ, ਨਹੀਂ ਮੰਨ ਰਹੇ, ਤਾਂ ਉਹਨਾਂ ਦਾ ਕੀ ਹੱਲ ਹੋ ਸਕਦਾ ਹੈ? ਕੀ ਕਰ ਸਕਦੇ ਹਾਂ ਆਪਾਂ? ਸਾਚਾ ਸਤਿਗੁਰ ਕਿਆ ਕਰੇ, ਜਿਉ ਸਿੱਖਾ ਮੈਂ ਚੂਕ। ਅੰਧੇ ਲੋਕ ਨਾ ਜਾਣੀ, ਜਿਉ ਬਾਂਸ ਵਜਾਈਏ ਫੂਕ। ਕੀ ਇਲਾਜ ਹੈ ਉਹਨਾਂ ਦਾ? ਜਿਹੜੇ ਨਹੀਂ ਮੰਨਦੇ ਉਹ ਨਹੀਂ ਮੰਨਦੇ, ਜਿਹੜੇ ਨਹੀਂ ਭਤੀਜਦੇ ਉਹ ਨਹੀਂ ਭਤੀਜਦੇ। ਪਰ ਮੈਂ ਅਬ ਜਾਣਿਆ, ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਪਰ ਜਦੋਂ ਦਾ ਮੈਂ ਉਸ ਰਾਮ ਨੂੰ ਜਾਣਿਆ ਹੈ, ਉਹਦੇ ਰਸ ਨੂੰ, ਉਹਦੀਆਂ ਬਖਸ਼ਿਸ਼ਾਂ ਨੂੰ, ਫੇਰ ਮੇਰਾ ਮਨ ਮੰਨ ਗਿਆ ਵਾਕਈ ਇਦੋਂ ਉੱਪਰ ਕੁਝ ਨਹੀਂ ਹੈ। ਮਨ ਮਾਨੇ ਲੋਗ ਨਾ ਭਤੀਜੈ। ਜਿੰਨਾ ਸਮਾਂ ਲੋਕਾਂ ਦਾ ਮਨ ਨਹੀਂ ਮੰਨਦਾ, ਉਹ ਨਹੀਂ ਭਤੀਜਦੇ, ਨਹੀਂ ਭਤੀਜਦੇ, ਨਾ ਭਤੀਜੈ ਤੋ ਕਿਆ ਕੀਜੈ। ਤਾਂ ਆਪਾਂ ਕੀ ਕਰ ਸਕਦੇ ਹਾਂ? ਬੰਦਾ ਕਿਸੇ ਨੂੰ ਸਮਝਾ ਸਕਦਾ ਹੈ, ਉਹਦਾ ਫਰਜ਼ ਆ ਸਮਝਾਉਣਾ, ਪਰ ਜੇ ਉਹ ਨਹੀਂ ਮੰਨਦਾ, ਇਹ ਤਾਂ ਅਗਲੇ ਦੀ ਮਰਜ਼ੀ ਹੈ ਨਾ। ਬਿਲਕੁਲ ਕਬੀਰ ਸਾਹਿਬ ਜੀ ਇਹੀ ਕਹਿ ਰਹੇ ਨੇ। ਉਹ ਨਹੀਂ ਮੰਨਦੇ, ਉਹਨਾਂ ਦੀ ਮਰਜ਼ੀ ਆ, ਪਰ ਮੇਰਾ ਮਨ ਉਹਦੇ ਵਿੱਚ ਮੰਨ ਗਿਆ ਹੈ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਬੜੀ ਸੁੰਦਰ ਸਾਖੀ ਆ। ਸਤਿਗੁਰੂ ਜੀ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਨੇ। 3 ਦਿਨ ਅਲੋਪ ਰਹਿੰਦੇ ਨੇ। 3 ਦਿਨ ਵਾਸਤੇ ਉਹਨਾਂ ਨੂੰ ਬਹੁਤ ਲੱਭਿਆ ਜਾਂਦਾ ਹੈ। ਨਵਾਬ ਸੁਲਤਾਨਪੁਰ ਦਾ ਬੜਾ ਲੱਭਦਾ। ਭਾਈ ਮਰਦਾਨਾ ਜੀ ਕੰਢੇ ਕੰਢੇ ਫਿਰਦੇ ਆ ਨਦੀ ਦੇ, ਨਹੀਂ ਲੱਭੇ। 3 ਦਿਨਾਂ ਬਾਅਦ ਤਾਂ ਸਾਰਿਆਂ ਨੇ ਆਖਿਆ ਸੀ ਕੋਈ ਜਲ ਜੀਵ ਉਹਨਾਂ ਨੂੰ ਖਾ ਗਿਆ ਹੋਵੇਗਾ ਜਾਂ ਡੁੱਬ ਗਏ ਹੋਣਗੇ। ਕਈ ਵਾਰ ਲਾਸ਼, ਸਰੀਰ ਨਹੀਂ ਲੱਭਦੀ ਨਦੀ ਦੇ ਵਿੱਚ। ਨਦੀ ਵੱਡੀ ਸੀ, ਸੋਚਿਆ ਵੀ ਨਹੀਂ, ਚਲੇ ਗਏ। ਇੱਕ ਬੇਬੇ ਨਾਨਕੀ ਜੀ ਨੇ ਆਖਿਆ ਨਹੀਂ, ਜਿਹੜਾ ਮੇਰਾ ਵੀਰ ਆ ਉਹ ਡੁੱਬ ਨਹੀਂ ਸਕਦਾ,
ਕਿਉਂ? ਕਿਉਂਕਿ ਉਹ ਡੁੱਬਦਿਆਂ ਨੂੰ ਤਾਰਨ ਆਇਆ ਵਾ। ਉਹ ਨਹੀਂ ਡੁੱਬ ਸਕਦਾ, ਨਹੀਂ ਡੁੱਬਿਆ ਹੋਵੇਗਾ। ਡੁੱਬਿਆਂ ਨੂੰ ਕੱਢਣ ਗਏ ਹੋਣਗੇ। ਚਲੋ 3 ਦਿਨ ਇਵੇਂ ਬੀਤੇ ਤੇ 3 ਦਿਨਾਂ ਬਾਅਦ ਗੁਰੂ ਨਾਨਕ ਜੀ ਉੱਥੋਂ ਪ੍ਰਗਟ ਹੋ ਕੇ ਬਾਹਰ ਆਉਂਦੇ ਨੇ। ਸ਼ਬਦ ਆਖਿਆ ਉਹਨਾਂ ਨੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਇਹਨਾਂ ਵਿੱਚ ਕੋਈ ਅੰਤਰ ਨਹੀਂ। ਇਹ ਸਾਰੇ ਇੱਕ ਪਿਤਾ ਦੇ ਹੀ ਪੁੱਤਰ ਨੇ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਜਿਹੜੇ ਪਖੰਡੀ ਲੋਕ ਸੀ ਨਾ, ਉਹਨਾਂ ਨੂੰ ਬੜੀ ਇਹਦੇ ਨਾਲ ਪੀੜਾ ਬੜੀ ਹੋਈ। ਕਿਉਂਕਿ ਜਦੋਂ ਧਰਮਾਂ ਦੀ ਵੰਡ ਪਈ ਹੋਵੇ, ਉਦੋਂ ਉਹ ਲੋਕ ਜਿਹੜੇ ਚਾਹੁੰਦੇ ਨੇ ਕਿ ਵੰਡੀਆਂ ਪਈਆਂ ਰਹਿਣ, ਸਾਨੂੰ ਲਾਭ ਹੁੰਦਾ ਫੁੱਟ ਪਾ ਕੇ ਲੋਕਾਂ 'ਚ, ਉਹ ਨਹੀਂ ਚਾਹੁੰਦੇ ਹੁੰਦੇ ਕਿ ਇੱਕ ਹੋ ਜੇ ਸੰਸਾਰ। ਉਹ ਕਿਉਂ ਚਾਹਣਗੇ? ਉਹਨਾਂ ਨੂੰ ਲਾਭ ਹੁੰਦਾ ਫੁੱਟ ਤੋਂ। ਫੁੱਟ ਪਾਓ, ਰਾਜ ਕਰੋ, ਇਹ ਪਹਿਲਾਂ ਦੀਆਂ ਨੀਤੀਆਂ ਰਹੀਆਂ ਨੇ। ਤਾਂ ਫਿਰ ਉਹ ਕਹਿਣ ਲੱਗੇ, ਨਵਾਬ ਦੇ ਕੰਨ ਭਰਤੇ, ਇਹ ਜਿਹੜਾ ਤੁਸੀਂ ਮੋਦੀ ਖਾਨੇ 'ਚ ਰੱਖੀ ਫਿਰਦੇ ਹੋ ਨਾਨਕ, ਇਹ ਤਾਂ ਲੋਕਾਂ ਨੂੰ ਭਰਮਾਉਂਦਾ ਹੈ। ਇਹ ਕਹਿੰਦਾ ਹਿੰਦੂ ਤੇ ਮੁਸਲਮਾਨਾਂ 'ਚ ਕੋਈ ਫਰਕ ਨਹੀਂ, ਪੁੱਛੋ ਉਹਨੂੰ ਜਾ ਕੇ। ਨਵਾਬ ਤੇ ਕਾਜੀ ਫਿਰ ਦੋਨੋਂ ਚੱਲ ਕੇ ਆਏ। ਕਹਿਣ ਲੱਗੇ, ਤੂੰ ਕੁਫਰ ਤੋਲਦਾ ਹੈ, ਤੂੰ ਕਹਿਣਾ ਹੈ ਕਿ ਹਿੰਦੂ ਮੁਸਲਮਾਨ ਇਹਨਾਂ 'ਚ ਕੋਈ ਅੰਤਰ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਿਲਕੁਲ ਇਹਨਾਂ 'ਚ ਕੋਈ ਫਰਕ ਨਹੀਂ, ਇੱਕੋ ਘੁਮਿਆਰ ਨੇ। ਏਕ ਘੁਮਿਆਰ ਆ ਜਿਹੜਾ, ਮਾਟੀ ਏਕ, ਉਹਨੇ ਇੱਕੋ ਜੀ ਮਿੱਟੀ ਗੁੰਨ ਕੇ ਬਣਾਏ ਆ ਸਾਰੇ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੇ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਸਭ ਮੈਂ ਸਾਚਾ ਏਕੋ ਸੋਈ, ਤਿਸਕਾ ਕੀਆ ਸਭ ਕਿਛ ਹੋਈ। ਇਸ ਕਰਕੇ ਕਹਿੰਦੇ ਸਾਰੇ ਆਪਾਂ ਇੱਕ ਹੀ ਹਾਂ। ਤੇ ਕਾਜੀ ਕਹਿਣ ਲੱਗਾ, ਫਿਰ ਇਉਂ ਕਰੋ, ਜੇ ਕੋਈ ਫਰਕ ਨਹੀਂ, ਆਓ ਸਾਡੇ ਨਾਲ ਨਮਾਜ਼ ਪੜ੍ਹੋ। ਤੁਸੀਂ ਬੇਦੀ ਕੁਲ ਦੇ ਵਿੱਚੋਂ, ਅਸੀਂ ਮੁਸਲਮਾਨ ਹਾਂ, ਜੇ ਕੋਈ ਫਰਕ ਨਹੀਂ ਤਾਂ ਆਓ ਆਪਾਂ ਨਮਾਜ਼ ਪੜ੍ਹਦੇ ਹਾਂ, ਚਲੋ ਸਾਡੇ ਨਾਲ, ਸਬੂਤ ਦਿਓ, ਫਿਰ ਹੀ ਅਸੀਂ ਮੰਨਾਂਗੇ ਨਾ ਵੀ ਤੁਸੀਂ ਕੁਰਾਨ ਸ਼ਰੀਫ ਨੂੰ ਆਪਣੇ ਦਿਲ ਦੇ ਕਰੀਬ ਸਮਝਦੇ ਹੋ, ਚਲੋ ਸਾਡੇ ਨਾਲ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲੋ, ਪਰ ਅਸੀਂ ਤੁਹਾਡੇ ਨਾਲ ਨਮਾਜ਼ ਪੜ੍ਹਾਂਗੇ, ਜੇ ਤੁਸੀਂ ਪੜ੍ਹੋਗੇ ਅਸੀਂ ਵੀ ਪੜ੍ਹਾਂਗੇ। ਚਲੇ ਗਏ ਨਮਾਜ਼ ਵਿੱਚ। ਉਹ ਮਸੱਲਾ, ਉਹ ਜਿਹੜੀ ਸਫਾਈ ਜਿਹੜੀ ਤੇ ਸਫ਼ 'ਤੇ ਬਹਿ ਕੇ ਕਰਦੇ ਨੇ, ਨਮਾਜ਼ ਪੜ੍ਹਦੇ ਨੇ, ਮੈਟ ਜਿਹਨੂੰ ਕਹਿੰਦੇ ਨੇ, ਵਿਛਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਉਹਦੇ 'ਤੇ ਸਜੇ ਨੇ। ਅੱਗੇ ਅੱਗੇ ਨਵਾਬ ਸਾਹਿਬ ਆ, ਦੂਜੇ ਨੰਬਰ 'ਤੇ ਕਾਜੀ ਆ, ਪਿੱਛੇ ਗੁਰੂ ਨਾਨਕ ਦੇਵ ਜੀ ਨੇ। ਨਮਾਜ਼ ਪੜ੍ਹੀ ਜਾਂਦੀ ਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਸਜਦਾ ਨਹੀਂ ਕੀਤਾ। ਉਵੇਂ ਜਿਵੇਂ ਨਮਾਜ਼ ਪੜ੍ਹ ਕੇ ਕਰਦੇ ਨੇ, ਵਾਰ-ਵਾਰ ਨਹੀਂ ਕੀਤਾ। ਕਾਜੀ ਉੱਠਿਆ ਤੇ ਕਹਿਣ ਲੱਗਾ, ਕਹਿਣ ਦੀਆਂ ਗੱਲਾਂ ਹੀ ਸੀਗੀਆਂ ਬਸ ਤੁਹਾਡੀਆਂ, ਵੀ ਹਿੰਦੂ ਮੁਸਲਮਾਨ ਬਰਾਬਰ ਆ। ਨਮਾਜ਼ ਤਾਂ ਤੁਸੀਂ ਪੜ੍ਹੀ ਨਹੀਂ ਹੈਗੀ, ਜੇ ਪੜ੍ਹੀ ਹੁੰਦੀ ਤਾਂ ਮੈਨੂੰ ਪਤਾ ਲੱਗਦਾ। ਨਵਾਬ ਵੀ ਕਹਿਣ ਲੱਗਾ ਵੀ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ। ਉਦੋਂ ਫਿਰ ਬਾਬੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ, ਕਹਿਣ ਲੱਗੇ, ਦੇਖੋ ਨਵਾਬ ਸਾਹਿਬ, ਮੈਂ ਕਿਹਾ ਸੀ ਤੁਹਾਡੇ ਨਾਲ ਮੈਂ ਨਮਾਜ਼ ਪੜ੍ਹਨੀ ਆ, ਪਰ ਤੁਸੀਂ ਨਹੀਂ ਪੜ੍ਹੀ, ਮੈਂ ਵੀ ਨਹੀਂ ਪੜ੍ਹੀ, ਕਾਜੀ ਨੇ ਵੀ ਨਹੀਂ ਪੜ੍ਹੀ, ਮੈਂ ਵੀ ਨਹੀਂ ਪੜ੍ਹੀ। ਕਹਿੰਦੇ ਕਿਉਂ ਨਹੀਂ ਅਸੀਂ ਪੜ੍ਹੀ? ਅਸੀਂ ਪੜ੍ਹੀ ਤਾਂ ਹੈ ਤੁਹਾਡੇ ਸਾਹਮਣੇ, ਅਸੀਂ ਝੁਕੇ ਹਾਂ, ਕੁਰਾਨ ਦੀਆਂ ਕਲਮਾਂ ਬੋਲੀਆਂ ਨੇ, ਪਰ ਇਹ ਕਿਉਂ ਕਹਿ ਰਹੇ ਹੋ ਅਸੀਂ ਨਹੀਂ ਪੜ੍ਹੀ? ਸਤਿਗੁਰ ਨੇ ਆਖਿਆ ਸੀ ਤੁਹਾਡਾ ਧਿਆਨ, ਤੁਹਾਡੀ ਇਕਾਗਰਤਾ, ਤੁਹਾਡਾ ਮਨ ਨਹੀਂ ਸੀ ਇੱਥੇ, ਇਹ ਕਿਤੇ ਹੋਰ ਸੀ। ਕਾਜੀ ਸਾਹਿਬ ਤੁਹਾਡਾ ਮਨ ਕਿਤੇ ਹੋਰ ਸੀ, ਆਪਣੇ ਘਰ ਦੇ ਕੰਮਾਂ ਕਾਜਾਂ ਦੇ ਵਿੱਚ। ਤੇ ਨਵਾਬ ਸਾਹਿਬ ਜੀ ਤੁਸੀਂ ਕਾਬਲ ਦੇ ਵਿੱਚ ਫਿਰਦੇ ਸੀ, ਉੱਥੇ ਘੋੜਿਆਂ ਦੀ ਮੰਡੀ ਵਿੱਚ ਜਾ ਰਹੇ ਸੀ, ਖਰੀਦ ਰਹੇ ਸੀ ਘੋੜੇ, ਖਿਆਲ ਤੁਹਾਡਾ ਉੱਥੇ ਸੀ। ਕਿਆ ਪੜ੍ਹੀਏ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਇਹੋ ਜੀ ਨਮਾਜ਼ ਮੈਂ ਨਹੀਂ ਨਾ ਪੜ੍ਹ ਸਕਦਾ ਫਿਰ, ਇਸ ਕਰਕੇ ਮੇਰਾ ਤਾਂ ਧਿਆਨ ਵਿੱਚ ਹੋਵੇਗਾ, ਮੈਂ ਉਹਨੂੰ ਨਮਾਜ਼ ਮੰਨਦਾ ਹਾਂ। ਮਨ ਕਿਤੇ, ਤਨ ਕਿਤੇ, ਸੋਚਾਂ ਕਿਤੇ, ਜ਼ੁਬਾਨ ਕਿਤੇ,
ਇਹ ਨਮਾਜ਼ ਨਹੀਂ ਹੁੰਦੀ। ਫਿਰ ਕਹਿੰਦੇ ਜੀ ਨਮਾਜ਼ ਕਿਹਨੂੰ ਕਹਿੰਦੇ ਨੇ? ਫਿਰ ਸਤਿਗੁਰ ਨੇ ਦੱਸਿਆ, ਕਹਿੰਦੇ ਪੰਜ ਨਿਵਾਜ਼ਾਂ ਵਕਤ ਪੰਜ, ਪੰਜਾ ਪੰਜੇ ਨਾਮ। ਕਹਿੰਦੇ ਤੁਹਾਡੀਆਂ ਪੰਜ ਨਿਵਾਜ਼ਾਂ ਹੁੰਦੀਆਂ ਨੇ, ਪੰਜ ਵੇਲੇ ਹੁੰਦੇ ਨੇ, ਪੰਜ ਹੀ ਨਮਾਜ਼ਾਂ ਦੇ ਨਾਂ ਹੁੰਦੇ ਆ। ਫਜਰ ਦੀ, ਜੋਹਰ ਦੀ, ਮਗਰ ਦੀ, ਇਸਾ ਕੀ ਨਮਾਜ਼, ਇਹ ਸਾਰੀਆਂ ਨਮਾਜ਼ਾਂ ਤੁਹਾਡੀਆਂ ਨੇ। ਇਸ ਕਰਕੇ ਪਹਿਲੀ ਨਮਾਜ਼ ਹੁੰਦੀ ਆ ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਸੱਚ ਬੋਲਣਾ ਪਹਿਲੀ ਨਮਾਜ਼ ਜਾਣੋ। ਕਾਜੀ ਸਾਹਿਬ ਨਵਾਬ ਸਾਹਿਬ ਜੀ, ਪਹਿਲਾ ਸੱਚ ਹਲਾਲ ਦੋਏ, ਹੱਕ ਹਲਾਲ ਦੀ ਕਮਾਈ ਕਰਕੇ ਖਾਣੀ, ਕਿਸੇ ਦਾ ਗਲਾ ਨਾ ਕੱਟਣਾ, ਜਿੰਨੇ ਬਣਦੇ ਆ ਉਹਨੇ ਪੈਸੇ ਲੈਣੇ, ਕਿਸੇ ਤੋਂ ਵੱਧ ਕਮਾਈ ਵੱਧ ਕੇ ਕਈ ਦੁੱਗਣੀ ਚੌਗਣੀ ਇੱਦਾਂ ਨਾ ਕਰਨੀ, ਹੱਕ ਹਲਾਲ ਦੀ ਕਮਾਈ ਕਰਕੇ ਖਾਣੀ। ਇਹ ਦੂਜੀ ਨਮਾਜ਼ ਜਾਣੋ ਜੀ। ਤੇ ਤੀਜਾ ਖੈਰ ਖੁਦਾਏ, ਤੀਜੀ ਨਮਾਜ਼ ਉਹ ਜਾਣੋ ਜਦੋਂ ਤੁਸੀਂ ਸਾਰਿਆਂ ਦੀ ਖੈਰ ਮੰਗੋ। ਖੈਰ ਕਹਿੰਦੇ ਨੇ ਭਲਾਈ, ਜਿਵੇਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਭ ਦੀ ਖੈਰ ਮੰਗਣੀ ਕਰਤਾਰ ਦੇ ਦਰ ਤੋਂ, ਇਹਨੂੰ ਤੀਜੀ ਨਮਾਜ਼ ਜਾਣੋ ਜੀ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਆਪਦੀ ਨੀਅਤ ਨੂੰ ਸਾਫ਼ ਰੱਖੋ। ਚੌਥੀ ਜਿਹੜੀ ਨਮਾਜ਼ ਆ ਇਹਨੂੰ ਜਾਣੋ। ਚੌਥੀ ਨੀਅਤ ਰਾਸ ਮਨ, ਆਪਦੀ ਨੀਤ ਨੂੰ, ਆਪਦੇ ਦਿਲ ਨੂੰ, ਆਪਦੇ ਮਨ ਨੂੰ ਬੁਰੇ ਖਿਆਲਾਂ ਤੋਂ ਸਾਫ਼ ਰੱਖੋ। ਤੇ ਪੰਜਵੀਂ ਸਿਫਤ ਸੁਣਾਏ, ਪੰਜਵੀਂ ਨਮਾਜ਼ ਜਾਣੋ ਜਦੋਂ ਤੁਸੀਂ ਉਹ ਕਰਤਾਰ ਦੀ ਸਿਫਤ ਤੇ ਸਲਾਹ ਵਿੱਚ ਜੁੜ ਜਾਵੋ, ਉਹਨੂੰ ਪੰਜਵੀਂ ਨਮਾਜ਼ ਕਹਿੰਦੇ ਨੇ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਨਵਾਬ ਸਾਹਿਬ ਗੁਰੂ ਨਾਨਕ ਜੀ ਕਹਿੰਦੇ ਕਾਜੀ ਸਾਹਿਬ ਜੀ ਇਹ ਵਾਲੀ ਨਮਾਜ਼ ਪੜ੍ਹੋ ਤੇ ਤੁਸੀਂ ਫਿਰ ਮੁਸਲਮਾਨ ਹੋਵੋਗੇ, ਅਸਲੀ ਸੱਚੇ ਮੋਮ ਦਿਲ ਵਰਗੇ। ਨਾਨਕ ਜੇਤੇ ਕੂੜਿਆਰ, ਕੂੜੇ ਕੂੜੀ ਪਾਏ। ਨਹੀਂ ਫਿਰ ਤੁਸੀਂ ਕੂੜਿਆਰ ਦੇ ਢੇਰ ਬਣ ਕੇ ਕੂੜ ਦਾ ਹੀ ਰੂਪ ਹੋ ਜਾਵੋਗੇ, ਸਚਿਆਰ ਨਹੀਂ ਹੋ ਪਾਵੋਗੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਅਰਥ ਦੱਸੇ ਸੀ ਸੱਚੀ ਨਮਾਜ਼ ਕਿਵੇਂ ਪੜ੍ਹੀ ਜਾਂਦੀ ਆ। ਇਹ ਨਮਾਜ਼ ਜਿਹੜੀ ਆ ਕਿਵੇਂ, ਇਹਨੂੰ ਕਰਨ ਦਾ ਤਰੀਕਾ ਕੀ ਆ? ਪਹਿਲਾਂ ਸੱਚ ਬੋਲਣਾ ਸਿੱਖੋ ਜੀ, ਦੂਜਾ ਹੱਕ ਹਲਾਲ ਦੀ ਕਮਾਈ ਕਰਨੀ ਸਿੱਖੋ ਜੀ, ਤੀਜੀ ਨਮਾਜ਼ ਖੈਰ ਖੁਦਾਏ, ਹਮੇਸ਼ਾ ਸਰਬੱਤ ਦਾ ਭਲਾ ਮੰਗੋ ਜੀ, ਚੌਥੀ ਆਪਦੀ ਨੀਤ ਨੂੰ ਸਾਫ਼ ਰੱਖੋ, ਪੰਜਵੀਂ ਸਿਫਤ ਸੁਣਾਏ। ਪੰਜਵੀਂ ਨਮਾਜ਼ ਆ ਸਿਫਤ ਸਲਾਹ ਕਰ ਲੋ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਫਿਰ ਬੰਦਾ ਮੁਸਲਮਾਨ ਕਹਾ ਸਕਦਾ ਨਹੀਂ, ਨਮਾਜ਼ ਪੜੂਗਾ ਤੇ ਕੁੜਿਆਰ ਹੀ ਕਹਾਊਗਾ। ਜੇ ਉਹਦਾ ਦਿਲ ਹੀ ਨਹੀਂ, ਉਹਦੇ 'ਚ ਮਨ ਹੀ ਨਹੀਂ, ਉਹਦੀ ਰੂਹ ਹੀ ਨਹੀਂ ਉਹਨੂੰ ਪੜ੍ਹਨ 'ਚ ਪੜ੍ਹ ਰਿਹਾ, ਤਾਂ ਕੁੜਿਆਰ ਤੋਂ ਸਚਿਆਰ ਨਹੀਂ ਹੋ ਸਕਦਾ। ਕਿਆ ਪੜ੍ਹੀਏ ਕਿਆ ਗੁਣੀਐ, ਕਿਆ ਵੇਦ ਪਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਨ ਨਾਲ ਕੀ ਹੋਇਆ? ਬਹੁਤ ਲੋਕਾਂ ਨੇ ਵੇਦਾਂ ਦਾ ਅਭਿਆਸ ਕੀਤਾ, ਪੁਸਤਕਾਂ ਨੂੰ ਪੜ੍ਹਿਆ, ਜੇ ਉਹਦੇ ਵਿੱਚ ਪ੍ਰੇਮ ਹੀ ਨਹੀਂ, ਇਕਾਗਰਤਾ ਹੀ ਨਹੀਂ, ਖੋਜ ਹੀ ਨਹੀਂ, ਫਿਰ ਕੋਈ ਫਰਕ ਨਹੀਂ ਪੈਂਦਾ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਇੱਕ ਫਕੀਰ ਨੇ ਆਪਣੀ ਇੱਕ ਗਾਥਾ ਲਿਖੀ ਆ। ਕਬੀਰ ਸਾਹਿਬ ਜੀ ਕਹਿੰਦੇ ਹੇ ਇਨਸਾਨ, ਹਰ ਕਾ ਨਾਮ ਨਾ ਜਪਸ ਗਵਾਰਾ। ਤੂੰ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ, ਕਿਆ ਸੋਚੇ ਬਾਰੰਬਾਰਾ। ਇੱਕ ਚੀਜ਼ਾਂ ਨੂੰ ਵਾਰ-ਵਾਰ ਯਾਦ ਕਰਦਾ ਰਹਿਣਾ, ਆਪਦੀ ਜਿਹੜੀ ਚਿੰਤਾ ਉਹਨੂੰ ਵਾਰ-ਵਾਰ ਸੋਚਦਾ ਰਹਿਣਾ। ਸੋਚ ਕੇ ਕੀ ਹੁੰਦਾ ਹੈ? ਕੁਝ ਵੀ ਨਹੀਂ ਹੁੰਦਾ। ਸੋਚ ਕੇ ਟੈਨਸ਼ਨ ਹੁੰਦੀ ਆ, ਸਰੀਰ ਬਿਮਾਰ ਹੁੰਦਾ, ਹੋਰ ਨਹੀਂ ਕੁਝ ਹੁੰਦਾ। ਉਦੋਂ ਬਾਅਦ ਫਿਰ ਕਹਿੰਦੇ ਨੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ। ਇੱਦਾਂ ਹੀ ਫਕੀਰ ਕਹਿੰਦਾ ਹੇ ਖੁਦਾ, ਜਦੋਂ ਮੈਂ ਨਮਾਜ਼ ਪੜ੍ਹਨ ਲੱਗਦਾ, ਮੈਂ ਆਪਣੀ ਮਾਲਾ ਚੁੱਕਦਾ, ਤਸਬੀਹ ਫੇਰਦਾ, ਮੈਂ ਮਾਲਾ ਦੇ ਮਣਕੇ ਹਜੇ ਫੇਰਦਾ ਹੀ ਹੁੰਨਾ, ਤੂੰ ਮੈਨੂੰ ਯਾਦ ਨਹੀਂ ਆਉਂਦਾ। ਮੈਨੂੰ ਪਰਿਵਾਰ ਯਾਦ ਆਉਂਦਾ, ਕਰਤਾਰ ਨਹੀਂ ਯਾਦ ਆਉਂਦਾ।
ਮੈਨੂੰ ਧੰਦੇ ਚੇਤੇ ਆਉਂਦੇ ਨੇ, ਕੰਮ ਚੇਤੇ ਆਉਂਦੇ ਨੇ, ਉਦੋਂ ਹੀ ਆਉਂਦੇ ਆ ਜਦੋਂ ਮੈਂ ਅੱਖਾਂ ਮੀਟ ਕੇ ਬਹਿੰਦਾ ਹਾਂ। ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੇ ਬਾਰੰਬਾਰਾ। ਕਹਿਣ ਲੱਗਾ ਫਿਰ ਫਕੀਰ ਕਿ ਮੈਂ ਕੀ ਕਰਦਾ। ਕਈ ਵਾਰੀ ਜਿਵੇਂ ਐਤਵਾਰ ਹੁੰਦਾ, ਉਸ ਦਿਨ ਮੈਂ ਕਹਿ ਦਿੰਦਾ ਅੱਜ ਚਲੋ ਰਹਿਣ ਦਿੰਦੇ ਆ। ਜਿਵੇਂ ਕੰਮ ਤੋਂ ਛੁੱਟੀ ਆ, ਜਿਵੇਂ ਵਰਕਿੰਗ ਡੇ ਹੁੰਦੇ ਨੇ ਸੋਮਵਾਰ ਤੋਂ ਲੈ ਕੇ ਆਪਣੇ ਸ਼ਨੀਵਾਰ ਤੱਕ, ਐਤਵਾਰ ਛੁੱਟੀ ਹੁੰਦੀ ਆ। ਕਹਿੰਦਾ ਚਲੋ ਅੱਜ ਦਿਨ ਮਨਾ ਲਈਏ, ਐਤਵਾਰ ਮੈਂ ਵੀ ਛੁੱਟੀ ਕਰ ਲਾਂ ਨਮਾਜ਼ ਤੋਂ, ਰਹਿਣ ਦਿੰਦੇ ਅੱਜ ਪੜ੍ਹਨ। ਇਵੇਂ ਕਹਿੰਦਾ ਮੇਰਾ ਮਨ ਕਹਿੰਦਾ। ਪਰ ਕਹਿੰਦਾ ਜਦੋਂ ਮੈਂ ਕਈ ਵਾਰ ਇਵੇਂ ਸੋਚਦਾ ਹੁੰਦਾ ਸੀ, ਇੱਕ ਦਿਨ ਮੈਂ ਫਿਰ ਮਸੀਤ ਦੇ ਵਿੱਚੋਂ ਆਵਾਜ਼ ਸੁਣੀ, ਜਿਵੇਂ ਹੋਕਾ ਦਿੰਦੇ ਸਨ ਪੁਰਾਣੇ ਜ਼ਮਾਨੇ 'ਚ। ਉਹ ਕਹਿ ਰਹੇ ਸੀ ਫਲਾਣਾ ਬੰਦਾ ਚੜ੍ਹਾਈ ਕਰ ਗਿਆ, ਉਹ ਨਹੀਂ ਰਿਹਾ, ਦੁਨੀਆ ਤੋਂ ਇਸ ਫਾਨੀ ਸੰਸਾਰ ਤੋਂ ਚਲਿਆ ਗਿਆ, ਉਹਨੂੰ ਸਪੁਰਦੇ ਖਾਕ ਕੀਤਾ ਜਾਵੇਗਾ, ਦਫਨਾਇਆ ਜਾਵੇਗਾ, ਇੰਨੇ ਵਜੇ ਤੇ ਪਹੁੰਚੋ ਉੱਥੇ ਸਾਰੇ, ਜਿਵੇਂ ਆਪਾਂ ਅਨਾਊਂਸ ਕਰਦੇ ਹਾਂ। ਕਹਿੰਦਾ ਉਦੋਂ ਐਤਵਾਰ ਦਾ ਦਿਨ ਸੀ ਤੇ ਮੈਂ ਖੂੰਜੇ 'ਚ ਪਈ ਹੋਈ ਚਟਾਈ ਸਭ ਤੋਂ ਪਹਿਲਾਂ ਵਿਛਾਈ, ਫਿਰ ਆਪਦੀ ਪਾਸੇ ਰੱਖੀ ਮਾਲਾ ਚੁੱਕੀ, ਕੁਰਾਨ ਸ਼ਰੀਫ ਦਾ ਮੈਂ ਪ੍ਰਕਾਸ਼ ਕੀਤਾ ਤੇ ਜਦੋਂ ਹੀ ਮੈਂ ਬਾਣੀ ਪੜ੍ਹਨ ਲੱਗ ਗਿਆ, ਕਲਮਾ ਪੜ੍ਹਨ ਲੱਗ ਗਿਆ, ਕੁਰਾਨ ਦੀਆਂ ਆਇਤਾਂ ਪੜ੍ਹਨ ਲੱਗ ਗਿਆ। ਕਹਿੰਦਾ ਮੈਨੂੰ ਉਹ ਚੀਜ਼ ਨੇ ਜਗਾ ਦਿੱਤਾ, ਕਾਹੇ ਭਈਆ ਫਿਰ ਤੋਂ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲੇ। ਇਹ ਧਰਮ ਰਾਏ ਨੇ ਜਦੋਂ ਜਮਦੂਤ ਘੱਲੇ, ਤੁਰਦੀ ਚਿੱਠੀ ਫੜਾਉਣਗੇ ਆਣ ਬੰਦੇ, ਉਹ ਖਾਲੀ ਪਿੰਜਰਾ ਖੜਕਦਾ ਰਹਿ ਜਾਣਾ, ਲਾ ਜਾਊਗਾ ਭਾਰੂ ਉਡਾਣ ਬੰਦੇ। ਕਹਿੰਦਾ ਮੈਨੂੰ ਵੀ ਪਤਾ ਨਹੀਂ ਵੀ ਕਦੋਂ ਬੁਲਾਵਾ ਆ ਜੇ, ਬੁਲਾਵਾ ਆਵੇ ਤੇ ਉਦੋਂ ਪਹਿਲਾਂ ਅੱਗਾ ਸਵਾਲ ਨਾ। ਇਸ ਕਰਕੇ ਫਕੀਰ ਨੇ ਆਪਣੀ ਗਾਥਾ ਦੇ ਰਾਹੀਂ ਇਹ ਦੱਸਿਆ ਹੈ, ਆਪਾਂ ਪੈਂਡਿੰਗ ਕਰਦੇ ਹਾਂ, ਚੀਜ਼ਾਂ ਨੂੰ ਪੈਂਡਿੰਗ ਕਰ ਦਿੰਦੇ ਹਾਂ। ਮੰਨ ਲਓ ਕੋਈ ਚੰਗੀ ਚੀਜ਼ ਆਈ ਨਾ ਤੁਹਾਡੇ ਦਿਮਾਗ 'ਚ, ਮਨ ਇਹੋ ਜਿਹਾ ਹੈ ਨੇ ਕਹਿਣਾ ਇਹ ਕੱਲ੍ਹ ਨੂੰ ਕਰ ਲਈ, ਸ਼ਾਮ ਨੂੰ ਕਰ ਲਈ, ਪਰਸੋਂ ਨੂੰ ਕਰ ਲਈ, ਅਗਲੇ ਸੰਡੇ ਕਰ ਲਈ, ਉਦੋਂ ਅਗਲੇ ਕਰ ਲਈ, ਅਗਲੇ ਮਹੀਨੇ ਕਰ ਲਈ। ਇਹ ਪਹਿਲੀ ਚਲਾਕੀ ਹੈ ਮਨ ਦੀ। ਫਿਰ ਜਦੋਂ ਕੋਈ ਮਾੜਾ ਖਿਆਲ ਆ ਗਿਆ, ਮਾੜਾ ਜਿਹਾ ਮਾੜਾ ਖਿਆਲ ਆਇਆ, ਮੈਂ ਕ੍ਰੋਧ ਕਰ ਲਾਂ, ਇਹਨੇ ਕਹਿਣਾ ਜਦ ਹੀ ਕਰ ਲਾ। ਕੋਈ ਬੁਰੀ ਚੀਜ਼ ਅੰਦਰ ਆ ਗਈ, ਇਹਨੇ ਕਹਿਣਾ ਹਾਂ ਹੁਣੇ ਹੀ ਕਰਦੇ, ਲੇਟ ਨਾ ਹੋ ਜੀ। ਗਾਲ ਕੱਢਣ ਦਾ ਇੱਕ ਖਿਆਲ ਆਉਂਦਾ ਪਹਿਲਾਂ ਤੁਹਾਡੇ ਅੰਦਰ, ਮੇਰੇ ਅੰਦਰ, ਸਭ ਦੇ ਅੰਦਰ ਪਹਿਲਾਂ ਇੱਕ ਖਿਆਲ ਆਉਂਦਾ, ਫਿਰ ਆਪਾਂ ਸੋਚਦੇ ਹਾਂ ਉਹਨੂੰ ਕਰਾਂ ਕਿ ਨਾ ਕਰਾਂ। ਫਿਰ ਜੇ ਤਾਂ ਗੁਰੂ ਦੀ ਕਿਰਪਾ ਹੋ ਜੇ ਫਿਰ ਤਾਂ ਆਪਾਂ ਮਾੜਾ ਖਿਆਲ ਨਹੀਂ ਕਰਦੇ। ਜੇ ਕਿਤੇ ਫਿਰ ਭੈੜੀ ਮੱਤ ਅੰਦਰ ਆ ਜਾਵੇ ਫਿਰ ਕਹਿੰਦੇ ਕਰ ਦੋ, ਹੁਣੇ ਹੀ ਕਰ ਦੋ, ਜਦੇ ਹੀ ਕਰ ਦੋ। ਇਹ ਚੀਜ਼ਾਂ ਹੌਲੀ ਹੌਲੀ ਵਰਕ ਕਰਦੀਆਂ ਨੇ, ਪਰ ਇਹਨੂੰ ਸਮਝਣ ਲਈ ਦੇਖਣਾ ਪੈਂਦਾ ਵੀ ਪਹਿਲਾਂ ਖਿਆਲ ਪੈਦਾ ਹੋਇਆ, ਇਹ ਮਾੜਾ ਚੰਗਾ, ਕਰਾਂ ਕਿ ਨਾ ਕਰਾਂ। ਨਹੀਂ ਕਰਨਾ ਤਾਂ ਉਹਨੂੰ ਡਿਲੀਟ ਕਰ ਦਿੰਦਾ ਹੈ ਮਨ। ਜਿਹੜੇ ਗੁਰਮੁਖ ਨੇ ਉਹਨੂੰ ਡਿਲੀਟ ਕਰ ਦਿੰਦੇ ਨੇ, ਜਿਹੜੇ ਮਨਮੁਖ ਨੇ ਉਹਨੂੰ ਕਰਮ ਦੇ ਦਿੰਦੇ ਨੇ। ਇਹੀ ਫਰਕ ਆ ਗੁਰਮੁਖ ਤੇ ਮਨਮੁਖ ਦੇ ਵਿੱਚ। ਜਿਹੜੇ ਬਹੁਤ ਚੰਗੇ ਰੱਬ ਦੇ ਵਿੱਚ ਇੱਕਮੁਖ ਹੋ ਗਏ, ਉਹਨਾਂ ਨੂੰ ਉਹ ਖਿਆਲ ਆਉਂਦੇ ਹੀ ਨਹੀਂ ਹੈਗੇ, ਉਹਨਾਂ ਦੇ ਅੰਦਰ ਬੁਰੇ ਖਿਆਲ ਆਉਂਦੇ ਹੀ ਨਹੀਂ ਹੈਗੇ, ਲਹਿਰਾਂ ਉੱਠਦੀਆਂ ਹੀ ਨਹੀਂ ਹੈਗੀਆਂ ਤੇ ਧੂੜ ਉੱਠਦੀ ਨਹੀਂ ਹੈਗੀ, ਸਾਫ਼ ਕਰਨ ਦੀ ਉਹਨੂੰ ਲੋੜ ਨਹੀਂ ਪੈਂਦੀ। ਇਹ ਆਪਣੀ ਗੱਲ ਆ, ਤੁਹਾਡੀ ਗੱਲ ਆ, ਮੇਰੀ ਗੱਲ ਆ, ਸਭ ਦੀ। ਖਿਆਲ ਆਇਆ, ਆਪਾਂ ਕਹਿੰਦੇ ਕਰੀਏ ਕਿ ਨਾ ਕਰੀਏ, ਪਹਿਲਾਂ ਸੋਚਦੇ ਹਾਂ। ਜੇ ਤਾਂ ਉਹ ਮਾੜਾ ਹੋਇਆ ਫਿਰ ਅਸੀਂ ਕਹਿਣਾ ਕਰ ਦੋ, ਜੇ ਉਹ ਚੰਗਾ ਹੋਇਆ ਆਪਾਂ ਕਹਿਣਾ ਇਹਨੂੰ ਪੈਂਡਿੰਗ ਹੀ ਕਰ ਦੋ, ਚੱਲ ਅਗਲੇ ਹਫ਼ਤੇ। ਫਿਰ ਮਨ ਇਹੋ ਜਿਹਾ ਹੈ, ਅਗਲੇ ਹਫ਼ਤੇ ਕਹਿੰਦਾ, ਅਗਲੇ ਮਹੀਨੇ ਕਹਿੰਦਾ, ਅਗਲੇ ਸਾਲ। ਇਵੇਂ ਕਹਿੰਦਾ ਬਾਣੀ ਪੜ੍ਹ ਲਓ, ਨਹੀਂ ਬਹੁਤ ਟਾਈਮ ਪਿਆ, ਜਵਾਨੀ ਆ ਹਜੇ, ਬੁਢੇਪੇ 'ਚ ਸਹੀ, ਬੁਢੇਪਾ ਆ ਗਿਆ ਹੁਣ ਜੀ, ਬੈਠਿਆ ਨਹੀਂ ਜਾਂਦਾ, ਬਿਮਾਰ ਹੋ ਗਏ। ਫਿਰ ਕੱਲ ਕਰਦੇ ਹਾਂ, ਕਾਲ ਵਿਆਪੇ। ਕੱਲ ਤਾਂ ਨਹੀਂ ਕਬੀਰ ਸਾਹਿਬ ਜੀ ਕਹਿੰਦੇ ਆਉਂਦਾ, ਤੇ ਕਾਲ ਜ਼ਰੂਰ ਆ ਜਾਂਦਾ। ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਇਵੇਂ ਕਾਲ ਆਉਂਦਾ ਹੈ। ਕੱਲ 'ਚ ਕਾਲ ਆ, ਅੱਜ 'ਚ ਹੀ ਬੰਦਗੀ ਆ, ਅੱਜ 'ਚ ਹੀ ਬੰਦਗੀ ਆ, ਅੱਜ ਹੀ ਬੰਦਗੀ ਆ, ਕੱਲ ਕੀ ਪਤਾ ਹੋਵੇ ਕਿ ਨਾ ਹੋਵੇ। ਇਸ ਕਰਕੇ ਹਰ ਇੱਕ ਸੰਸਾਰ ਦਾ ਬੰਦਾ ਵਿਗੜਿਆ ਹੋਇਆ ਹੈ। ਹਰ ਇੱਕ ਬੰਦਾ ਸੁਧਰ ਜਾਵੇਗਾ ਤੇ ਸੰਸਾਰ ਠੀਕ ਹੋ ਜਾਵੇਗਾ। ਇਹ ਗੱਲ ਮਹਾਰਾਜ ਕਹਿੰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਅੰਧਿਆਰੇ ਦੀਪਕ ਚਾਹੀਏ,
ਹਨੇਰਾ ਵਾ ਤੇ ਤੁਹਾਨੂੰ ਉਹਦੇ ਵਿੱਚ ਜੇ ਤੁਸੀਂ ਕੁਝ ਕਰਨਾ ਤੇ ਦੀਵੇ ਦੀ ਲੋੜ ਪੈਣੀ ਆ। ਹੁਣ ਜ਼ਮਾਨਾ ਬਦਲ ਗਿਆ, ਲਾਈਟਾਂ ਆਈਆਂ, LED ਬਲਬ ਆ ਗਏ। ਉਦੋਂ ਦੇ ਜ਼ਮਾਨੇ 'ਚ ਬਲਬ ਸੀ ਤੇ ਉਹੀ ਉਦਾਹਰਨ ਆ। ਹਨੇਰਾ ਵਾ, ਅੰਧਿਆਰੇ, ਦੀਪਕ ਚਾਹੀਏ ਮੈਨੂੰ, ਦੀਪਕ ਚਾਹੀਦਾ ਹੈ, ਦੀਵਾ ਚਾਹੀਦਾ ਚਾਨਣ ਵਾਸਤੇ। ਇੱਕ ਬਸਤ ਅਗੋਚਰ ਲਹੀ ਹੈ, ਇੱਕ ਬਸਤ ਅਗੋਚਰ ਲਹੀ ਹੈ। ਐਵੇਂ ਜਿਵੇਂ ਆਪਦੀ ਜ਼ਿੰਦਗੀ ਨੂੰ ਸਵਾਰਨਾ, ਉਹਦੇ ਲਈ ਵੀ ਮੈਨੂੰ ਕੁਝ ਚਾਹੀਦਾ, ਬਸ ਉਹਨੂੰ ਹੀ ਨਾਮ ਕਹਿੰਦੇ ਨੇ। ਹਨੇਰਾ ਹੈ, ਹਨੇਰੇ ਨੂੰ ਦੂਰ ਕਰਨ ਲਈ ਮੈਨੂੰ ਦੀਵਾ ਚਾਹੀਦਾ। ਜਿਵੇਂ ਕੁਝ ਲਿਖਣਾ ਚਾਹੁੰਦਾ ਜਾਂ ਲਾਈਟ ਚਾਹੀਦੀ ਹੈ, ਜਿਵੇਂ ਹੁਣ ਲਾਈਟਾਂ ਨੇ। ਹਨੇਰੇ 'ਚ ਮੈਂ ਕੀ ਕਰੂੰਗਾ, ਕੰਧਾਂ 'ਚ ਹੀ ਵੱਜੂਗਾ ਨਾ। ਬਸਤ ਅਗੋਚਰ ਭਾਈ, ਘਟ ਦੀਪਕ ਰਿਹਾ ਸਮਾਈ। ਜ਼ਿੰਦਗੀ ਨੂੰ ਜਿਉਣ ਲਈ ਵੀ ਇੱਕ ਦੀਵਾ ਚਾਹੀਦਾ, ਬਸ ਉਹਨੂੰ ਹੀ ਕਹਿੰਦੇ ਆ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਿਵੇਂ ਬਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ, ਇਵੇਂ ਗੁਰੂ ਦਾ ਮੰਤਰ ਗੁਰਬਾਣੀ ਬੰਦੇ ਦੇ ਵਿਕਾਰਾਂ ਨੂੰ ਖਾ ਜਾਂਦੀ ਆ, ਖਤਮ ਕਰ ਦਿੰਦੀ ਆ। ਭਾਵ ਕਿ ਖਾਣ ਦਾ ਮਤਲਬ ਇਹ ਆ ਨਿਗਲ ਜਾਂਦੀ ਆ, ਉਹ ਰਹਿੰਦੇ ਨਹੀਂ ਹੈਗੇ। ਉਹ ਬਸਤ ਅਗੋਚਰ ਮੈਂ ਪਾਲੀ ਆ, ਕਿਹਨੇ ਕਬੀਰ ਸਾਹਿਬ ਜੀ ਨੇ ਪਾਈ ਆ। ਕਹਿ ਕਬੀਰ ਅਬ ਜਾਣਿਆ, ਹੁਣ ਮੈਂ ਜਾਣ ਗਿਆ। ਜਬ ਜਾਣਿਆ ਤੋ ਮਨ ਮਾਨਿਆ, ਜਦੋਂ ਮੈਂ ਜਾਣਿਆ ਇਦੋਂ ਉੱਪਰ ਕੁਝ ਨਹੀਂ, ਤੇ ਮਨ ਵੀ ਮੇਰਾ ਪਤੀਜ ਗਿਆ। ਸ਼ਰਧਾ ਹੋਈ, ਪ੍ਰੇਮ ਪੈਦਾ ਹੋ ਗਿਆ। ਮਨ ਮਾਨੇ ਲੋਗ ਨਾ ਪਤੀਜੈ, ਲੋਕ ਆਉਂਦੇ ਨੇ ਪਰ ਉਹਨਾਂ ਦਾ ਮਨ ਨਹੀਂ ਮੰਨਦਾ। ਆਉਂਦੇ ਜ਼ਰੂਰ ਨੇ, ਫਿਰ ਉਹ ਕਹਿੰਦੇ ਨਾ ਭਤੀਜੈ ਤੌ ਕਿਆ ਕੀਜੈ। ਕਹਿੰਦੇ ਮੇਰੇ ਵੀ ਹੱਥ ਖੜੇ ਆ, ਜੇ ਨਹੀਂ ਮੰਨਦੇ ਤਾਂ ਮੈਂ ਕੀ ਕਰ ਸਕਦਾ ਹਾਂ। ਆਪਾਂ ਕਿਸੇ ਨੂੰ ਕਹਿ ਸਕਦੇ ਹਾਂ, ਸਮਝਾ ਸਕਦੇ ਹਾਂ। ਮੰਨਣਾ ਨਾ ਮੰਨਣਾ ਉਹਨਾਂ ਦੀ ਮਰਜ਼ੀ ਆ। ਸਾਚਾ ਸਤਿਗੁਰ ਕਿਆ ਕਰੇ, ਜਿਉਂ ਸਿੱਖਾ ਮੈਂ ਚੂਕ, ਅੰਧੇ ਲੋਕ ਨਾ ਜਾਣੀ, ਜਿਉਂ ਬਾਂਸ ਵਜਾਈਏ ਫੂਕ। ਇੱਥੇ ਹਰ ਇੱਕ ਬੰਦਾ ਵਿਗੜਿਆ ਹੋਇਆ ਹੈ। ਨਾ ਭਤੀਜੈ ਤੌ ਕਿਆ ਕੀਜੈ, ਨਹੀਂ ਭਤੀਜਦੇ ਤਾਂ ਮੈਂ ਕੀ ਕਰ ਸਕਦਾ। ਫਿਰ ਆਪਾਂ ਕੀ ਕਰ ਸਕਦੇ ਹਾਂ? ਪਹਿਲਾਂ ਤਾਂ ਆਪਾਂ ਕਹਾਂਗੇ ਉਹਨੂੰ ਬਿਠਾਓ, ਸਮਝਾਓ। ਜਿਵੇਂ ਰਿਸ਼ਤਿਆਂ 'ਚ ਨਹੀਂ ਵਿਗਾੜ ਪੈ ਜਾਂਦਾ ਪਤੀ ਪਤਨੀ ਦੇ, ਉਹ ਕਈ ਵਾਰ ਗੱਲ ਜਦੋਂ ਤਲਾਕ 'ਤੇ ਹੁੰਦੀ ਆ, ਉਦਾਹਰਨ ਆ ਇਹ ਇੱਕ, ਉਹਨਾਂ ਨੂੰ ਸਮਝਾਉਂਦੇ ਆ ਬਿਠਾ ਕੇ, ਨਹੀਂ ਐਵੇਂ ਨਹੀਂ, ਐਵੇਂ ਕਰੋ, ਐਵੇਂ ਨਹੀਂ, ਐਵੇਂ ਕਰੋ। ਕਈ ਵਾਰੀ ਇੱਕ ਜੀ ਗਲਤ ਹੁੰਦਾ, ਉਹਨੂੰ ਕਹਿੰਦੇ ਐਵੇਂ ਕਰ, ਉਹ ਹਾਂ ਕਹਿ ਦਿੰਦਾ, ਮੰਨਦਾ ਨਹੀਂ। ਫਿਰ ਉਹ ਹਾਂਜੀ ਕਹਿ ਦਿੰਦਾ, ਮੰਨਦਾ ਨਹੀਂ। ਫਿਰ ਆਪਾਂ ਕਹਿੰਦੇ ਛੱਡੋ, ਇਹਨੇ ਨਹੀਂ ਮੰਨਣਾ। ਵੀ ਆਪਣੀ ਜਿਹੜੀ ਧੀ ਆ ਜਾਂ ਉਹਨੂੰ ਪਾਸੇ ਲੈ ਜਾਓ, ਇਹ ਤੋਂ ਵੀ ਹਟਾ ਦਿਓ। ਇਹਨਾਂ ਦਾ ਮਤਲਬ ਗੱਠ ਜੋੜ ਜੋ ਸੀ ਉਹਨੂੰ ਤੋੜ ਦਿਓ, ਇਹ ਨਹੀਂ ਸੁਧਰੇਗਾ। ਬਿਲਕੁਲ ਉਹੀ ਚੀਜ਼ ਆ, ਨਾ ਭਤੀਜੈ ਤੋਂ ਕਿਆ ਕੀਜੈ। ਫਿਰ ਕਬੀਰ ਸਾਹਿਬ ਕਹਿੰਦੇ ਮੈਂ ਕੀ ਕਰਾਂ, ਮੇਰਾ ਮਨ ਤਾਂ ਮੰਨ ਚੁੱਕਾ। ਜਿਨ੍ਹਾਂ ਦਾ ਨਹੀਂ ਮੰਨਦਾ ਉਹਨਾਂ ਲਈ ਆਪਾਂ ਕੀ ਕਹਿ ਸਕਦੇ। ਉਹ ਬਾਂਸ ਵਾਂਗੂ ਖੋਖਲੇ ਨੇ, ਉਹਨਾਂ 'ਚ ਫੂਕ ਮਾਰੋ ਨਹੀਂ ਟਿਕਦੀ। ਸਾਡੀ ਫੂਕ ਦਾ ਕਸੂਰ ਨਹੀਂ, ਸਾਡੇ ਗਿਆਨ ਦਾ ਕਸੂਰ ਨਹੀਂ, ਉਹਨਾਂ ਦੇ ਕੰਨਾਂ ਦਾ ਕਸੂਰ ਆ। ਉਹ ਟਿਕਾ ਨਹੀਂ ਸਕਦੇ। ਅੰਧੇ ਲੋਕ ਨਾ ਜਾਣੀ, ਜਿਉਂ ਬਾਂਸ ਵਜਾਈਏ ਫੂਕ। ਇਸ ਕਰਕੇ ਇਹ ਕਹੂੰਗਾ, ਕਬੀਰ ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਸਾਰੇ ਵਿਗੜੇ ਹੋਏ ਨੇ। ਇੱਕ ਛੋਟੀ ਜਿਹੀ ਇੱਕ ਕਹਾਣੀ ਮੈਂ ਪੜ੍ਹੀ ਸੀ, ਇੱਕ ਪੁਸਤਕ ਹੈ, ਨਾਮ ਹੈ ਉਹਦਾ ਕੁੰਜੀਆਂ। ਉਹਦੇ ਵਿੱਚ ਕੁਝ ਅੰਗਰੇਜ਼ ਵੀਰਾਂ ਦੀਆਂ ਕਹਾਣੀਆਂ ਨੇ, ਕੁਝ ਮੋਟੀਵੇਸ਼ਨਲ ਸਟੋਰੀਆਂ ਨਾ, ਇੱਧਰੋਂ ਉੱਧਰੋਂ ਉਹਨਾਂ ਨੇ ਬੜਾ ਮਤਲਬ ਸੋਹਣੀ ਬਣਾਈ ਹੋਈ ਆ ਉਹ ਕਿਤਾਬ। ਇਵੇਂ ਉਹਦੇ ਵਿੱਚ ਲਿਖਿਆ, ਕਹਿੰਦੇ ਇੱਕ ਡਾਕਟਰ ਸੀ, ਘਰ ਦੇ ਵਿੱਚ ਕੰਮ ਕਰ ਰਿਹਾ ਸੀ। ਉਹਦਾ ਇੱਕ ਬੱਚਾ ਸੀ ਤੇ 8-9 ਸਾਲ ਦਾ, ਉਹ ਕੰਮ ਨਹੀਂ ਸੀ ਕਰਨ ਦੇ ਰਿਹਾ। ਉਸ ਦਿਨ ਛੁੱਟੀ ਸੀ, ਉਹਨੇ ਘਰ ਦੇ ਕੰਮ ਕਰਨੇ ਹੁੰਦੇ ਨੇ। ਜਿਵੇਂ ਆਪਾਂ 6 ਦਿਨ ਕੰਮ ਕਰਦੇ ਹਾਂ, ਇੱਕ ਦਿਨ ਛੁੱਟੀ, ਆਪਾਂ ਕਹਿੰਦੇ ਕੰਮ ਨਿਬੇੜ ਲਓ, ਪਰ ਉਹ ਵਿਘਨ ਪਾ ਰਿਹਾ ਸੀ। ਜਦੋਂ ਉਹਨੂੰ ਪਤਾ ਲੱਗਾ ਨਾ ਮੇਰਾ ਬੱਚਾ ਵਿਘਨ ਪਾ ਰਿਹਾ ਮੇਰੇ ਕੰਮਾਂ 'ਤੇ, ਹੈ ਵੀ ਛੋਟਾ, ਉਹਨੇ ਰਸਾਲੇ 'ਚੋਂ ਸੰਸਾਰ ਦਾ ਨਕਸ਼ਾ ਪਾੜਿਆ। ਰਸਾਲਾ ਸੀ ਉਹਦੇ ਘਰ ਦੇ ਵਿੱਚ, ਤੇ ਨਕਸ਼ਾ ਪਾੜ ਕੇ ਉਹਦੇ ਟੁਕੜੇ ਟੁਕੜੇ ਕਰਤੇ, ਦੁਨੀਆ ਦਾ ਨਕਸ਼ਾ। ਕਹਿੰਦਾ ਲੈ ਪੁੱਤਰ, ਇਹਨੂੰ ਜੋੜ ਤੇ ਮੈਂ ਉਹਨਾਂ ਸਮਾਂ ਆਪਦਾ ਕੰਮ ਕਰਾਂਗਾ। ਦੇ ਦਿੱਤਾ। ਉਹਨੂੰ ਲੱਗਾ ਵੀ ਇਹਨੂੰ ਬਹੁਤ ਟਾਈਮ ਲੱਗ ਜਾਣਾ, ਨਕਸ਼ੇ ਨੂੰ ਜੋੜ ਕੇ ਲਿਆਊ, ਜਦ ਨੂੰ ਮੈਂ ਆਪਦੇ ਕੰਮ ਨਿਬੇੜ ਲੈਣੇ ਆ। ਇਹ ਨਹੀਂ ਸ਼ਾਮ ਤੱਕ ਜੋੜ ਸਕਦਾ। ਇਹਨੂੰ ਪਜ਼ਲ ਕਹਿੰਦੇ ਆਪਾਂ, ਪਜ਼ਲ ਗੇਮ ਬਣਾ ਕੇ ਦੇ ਦਿੱਤੀ। ਤੇ ਉਹ ਨਿਆਣਾ ਜਿਹੜਾ ਸੀ 8 ਸਾਲ ਦਾ, ਉਹ ਤਾਂ 15 ਮਿੰਟਾਂ ਬਾਅਦ ਹੀ ਲੈ ਆਇਆ। ਕਹਿੰਦਾ ਲਿਆਓ ਪਿਤਾ ਜੀ, ਆਹ ਲਓ, ਬਣਾ ਦਿੱਤਾ ਨਕਸ਼ਾ।
ਦੇਖੋ ਸਹੀ ਆ। ਉਹ ਹੈਰਾਨ ਹੋ ਗਿਆ, ਕਹਿੰਦਾ ਇੰਨੀ ਛੇਤੀ ਤੂੰ ਕਿਵੇਂ ਬਣਾ ਦਿੱਤਾ? ਕਹਿਣ ਲੱਗਾ, ਪਿਤਾ ਜੀ ਦੂਜੇ ਪਾਸੇ ਸੰਸਾਰ ਦੇ ਨਕਸ਼ੇ ਦੇ ਜਿਹੜਾ ਤੁਸੀਂ ਮੈਨੂੰ ਦਿੱਤਾ, ਇੱਕ ਖਿਡਾਰੀ ਦੀ ਤਸਵੀਰ ਬਣੀ ਹੋਈ ਆ ਜੋ ਕਿ ਬੜਾ ਫੇਮਸ ਆ। ਮੈਂ ਖਿਡਾਰੀ ਉਹ ਬੰਦੇ ਦੀ ਤਸਵੀਰ ਜੋੜੀ ਤੇ ਉਧਰੋਂ ਨਕਸ਼ਾ ਸਹੀ ਹੋ ਗਿਆ, ਦੂਜੇ ਪਾਸੋਂ ਸੰਸਾਰ ਦਾ ਨਕਸ਼ਾ ਆਪੇ ਬਣ ਗਿਆ। ਮੈਂ ਤਾਂ ਜੋ ਦੂਜੇ ਪਾਸੇ ਖਿਡਾਰੀ ਦੀ ਤਸਵੀਰ ਜੋੜ ਦਿੱਤੀ, ਉਹ ਇਨਸਾਨ ਠੀਕ ਕੀਤਾ ਤੇ ਪਿਤਾ ਜੀ ਸੰਸਾਰ ਠੀਕ ਹੋ ਗਿਆ। ਤਾਂ ਉਦੋਂ ਫਿਰ ਉਹ ਡਾਕਟਰ ਨੇ ਲਿਖਿਆ, ਕਹਿੰਦੇ ਮੈਨੂੰ ਮੇਰੇ ਪੁੱਤਰ ਨੇ 8 ਸਾਲਾਂ ਦੇ ਨੇ ਗੱਲ ਸਮਝਾਈ ਸੀ ਕਿ ਬੰਦਾ ਠੀਕ ਹੋ ਜੇ ਤੇ ਸੰਸਾਰ ਉਹਦਾ ਆਪੇ ਹੀ ਠੀਕ ਹੋ ਜਾਏਗਾ। ਇਨਸਾਨ ਜਿਹੜਾ ਠੀਕ ਹੋ ਜੇ ਤੇ ਉਹਦਾ ਸੰਸਾਰ ਠੀਕ ਹੋ ਜਾਏਗਾ। ਇਸ ਕਰਕੇ ਇੱਕ ਇੱਕ ਇਨਸਾਨ ਸੁਧਰ ਜੇ ਤੇ ਸਾਰੀ ਦੁਨੀਆ ਹੀ ਸੁਧਰ ਜੂਗੀ। ਇੱਥੇ ਇੱਕ ਇੱਕ ਇਨਸਾਨ ਵਿਗੜਿਆ ਹੋਇਆ ਹੈ ਤਾਂ ਦੁਨੀਆ ਵਿਗੜੀ ਹੋਈ ਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਅਸੀਂ ਕੀ ਕਰ ਸਕਦੇ ਹਾਂ ਜਦੋਂ ਲੋਕ ਨਹੀਂ ਮੰਨਦੇ, ਉਹਨਾਂ ਦੀ ਸ਼ਰਧਾ ਨਹੀਂ ਬਣ ਰਹੀ ਨਾਮ ਤੇ, ਤਾਂ ਮੈਂ ਵੀ ਕੀ ਕਰ ਸਕਦਾ। ਉਹ ਅੰਧੇ ਨੇ, ਉਹ ਬਾਂਸ ਦੇ ਵਾਂਗ ਉਹਨਾਂ ਦੇ ਕੰਨ ਨੇ, ਇੱਕ ਕੰਨ ਤੋਂ ਦੂਜਾ ਕੰਨ ਬਾਂਸ ਦੇ ਵਾਂਗ ਆ, ਜਿਵੇਂ ਖੋਖਲਾ ਹੁੰਦਾ। ਅੰਧੇ ਲੋਕ ਨਾ ਜਾਣੀ ਜੋ ਬਾਂਸ ਬਜਾਈਏ ਫੂਕ। ਮੈਂ ਕੀ ਕਰਾਂ, ਗੁਰੂ ਕੀ ਕਰੇ, ਸੱਚਾ ਸਤਿਗੁਰ ਕਿਆ ਕਰੇ, ਜਿਉਂ ਸਿੱਖਾਂ ਮੈਂ ਚੂਕ। ਜਦੋਂ ਸਿੱਖ ਹੀ ਨਹੀਂ ਸੁਣ ਸਕਦਾ ਗੱਲ, ਸਿੱਖ ਨੂੰ ਟਿਕਾ ਹੀ ਨਹੀਂ ਸਕਦਾ ਆਪਦੇ ਅੰਦਰ, ਗੁਰੂ ਨੇ ਤਾਂ ਫੂਕ ਮਾਰਨੀ ਆ ਗਿਆਨ ਦੀ। ਬੰਦੇ ਨੂੰ ਰੱਖਣੀ ਵੀ ਪੈਣੀ ਆ ਨਾ ਅੰਦਰ, ਉਹ ਬੰਦਾ ਨਹੀਂ ਕਰਦਾ। ਜਦੋਂ ਰੱਖ ਲਵੇਗਾ ਉਦੋਂ ਬਦਲਾਅ ਸ਼ੁਰੂ ਹੋ ਜਾਏਗਾ। ਨਹੀਂ ਫਿਰ ਕਿਆ ਪੜ੍ਹੀਏ ਕਿਆ ਗੁਣੀਏ, ਪੜ੍ਹੀ ਚੱਲੋ। ਕਿਆ ਵੇਦ ਪੁਰਾਨਾ ਸੁਣੀਏ, ਸੁਣੀ ਚੱਲੋ ਵੇਦਾਂ ਨੂੰ, ਸਿਮਰਤੀਆਂ ਨੂੰ, ਪੁਰਾਣਾਂ ਨੂੰ, ਬਾਣੀ ਨੂੰ। ਪੜ੍ਹੇ ਸੁਣੇ ਕਿਆ ਹੋਈ, ਕੁਝ ਨਹੀਂ ਹੋਣਾ ਪੜ੍ਹਿਆ ਸੁਣਿਆ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਵੀ ਨਹੀਂ ਮਿਲਣਾ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਇਸ ਕਰਕੇ ਇਹ ਬੰਦੇ ਤੂੰ ਬਹੁਤੀਆਂ ਸੋਚਾਂ ਨੂੰ ਛੱਡ ਦੇ, ਕਿਉਂਕਿ ਜੋ ਹੱਸ ਰਹਾ ਹੈ वो हंस रहेगा, जो रो रहा है वो रोके रहेगा। सुकूने कल्ब से खुदा खुदा कर, जो किश के होना है सो हो रहेगा। क्या सोचे बारंबारा, की सोची जाना, हर का नाम न जप्स गवारा। जो होना होना, जो नहीं होना नहीं होना, तू नाम जापे। कबीर साहब ने मूल भाव किया है, हर का नाम न जप्स गवारा, क्या सोचे ਬਾਰੰਬਾਰ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰੋ ਜੀ। ਗੁਰੂ ਜੀ ਦੀ ਜੋ ਸ਼ਾਨ ਹੈ ਬਹੁਤ ਉੱਚੀ ਅਤੇ ਸੁੱਚੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ, ਬਖਸ਼ ਲੈਣ ਜੀ। ਆਓ ਆਪਾਂ ਰਲ ਮਿਲ ਕੇ ਵਾਹਿਗੁਰੂ ਦਾ ਅਭਿਆਸ ਕਰੀਏ। ਉਸ ਤੋਂ ਬਾਅਦ ਅਰਦਾਸ ਵਿੱਚ ਜੁੜਨ ਦਾ, ਆਪਣੇ ਮਨ ਨੂੰ ਟਿਕਾਉਣ ਦਾ ਇੱਕ ਯਤਨ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹੇ ਵਾਹੇ। ਦੇਹੋ ਸੱਜਣੇ ਅਸੀਂ ਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ,